ਨੌਵੇਂ ਨਾਨਕ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੀ ਚੌਥੀ ਮੁਬਾਰਕ ਪ੍ਰਕਾਸ਼ ਸ਼ਤਾਬਦੀ ਸਾਡੀਆਂ ਬਰੂਹਾਂ ਉੱਤੇ ਹੈ, ਜਿਨ੍ਹਾਂ ਨੇ ਅਲੋਪ ਹੋ ਰਹੀ ਹਿੰਦ ਨੂੰ ਕਾਇਮ ਦਾਇਮ ਰੱਖਣ ਲਈ ਆਪਣੀ ਲਾਸਾਨੀ ਸ਼ਹਾਦਤ ਦਿੱਤੀ। ਆਮ ਮੁਹਾਰੇ ਵਿੱਚ ਭਾਵੇਂ ਅਸੀਂ ਉਹਨਾਂ ਨੂੰ ਹਿੰਦ ਦੀ ਚਾਦਰ ਆਖ ਦਿੰਦੇ ਹਾਂ, ਪਰ ਦਰਅਸਲ ਉਹ ਧਰਮ ਦੀ ਚਾਦਰ ਸਨ। ਕਵੀ ਸੈਨਾਪਤੀ ਗੁਰੂ ਤੇਗ ਬਹਾਦਰ ਜੀ ਨੂੰ ਹਿੰਦ ਦੀ ਚਾਦਰ ਨਹੀਂ, ਸ੍ਰਿਸ਼ਟੀ ਦੀ ਚਾਦਰ ਆਖਦੇ ਸਨ। ਪ੍ਰਗਟ ਪੈ ਗੁਰ ਤੇਗ ਬਹਾਦਰ ਸਗਲ ਸ੍ਰਿਸ਼ਟ ਪੈ ਢਾਕੀ ਚਾਦਰ। ਜਿਨ੍ਹਾਂ ਨੇ ਸਮੇਂ ਦੀ ਸਭ ਤੋਂ ਅਹਿਮ ਅਤੇ ਅਜ਼ੀਮ ਧਾਰਮਿਕ ਹਸਤੀ ਹੁੰਦਿਆਂ ਜ਼ਾਲਮ ਔਰੰਗਜ਼ੇਬ ਨੂੰ ਵੰਗਾਰਿਆ, ਸਮੇਂ ਦੀ ਵਿਕਰਾਲਤਾ ਨੂੰ ਪਹਿਚਾਨਦਿਆਂ ਕਸ਼ਮੀਰੋਂ ਤੁਰੇ ਹਿੰਦੂ ਵਫਦ ਦੀ ਤਕਲੀਫ ਹੀ ਨਹੀਂ ਸਮਝੀ, ਸਗੋਂ ਉਹਨਾਂ ਅੰਦਰਲੇ ਭਾਵਾਂ ਨੂੰ ਆਪਣੇ ਸ਼ਬਦਾਂ ਵਿੱਚ ਇੰਜ ਰੂਪਮਾਨਵੀ ਕੀਤਾ। ਬਲ ਛੁੱਟ ਕੇ ਉਹ ਬੰਧਨ ਪਰੇ, ਕਛੂ ਨ ਹੋਤ ਉਪਾਏ, ਕਹੋ ਨਾਨਕ ਅਬ ਓਟ ਹਰ ਗਜ ਜਿਉ ਉਹ ਸਹਾਏ। ਸਤਿਗੁਰ ਜੀ ਨੇ ਝਟਪਟ ਹੌਸਲਾ ਦਿੰਦਿਆਂ ਸਾਰੇ ਵਫਦ ਨੂੰ ਸਮਝਾਇਆ, ਬਲ ਹੋਵਾ ਬੰਧਨ ਛੂਟੇ, ਸਭ ਕਿਛ ਹੋਤ ਉਪਾਏ, ਨਾਨਕ ਸਭ ਕਿਛ ਤੁਮਰੇ ਹਾਥ, ਮੈਂ ਤੁਮ ਹੀ ਹੋਤ ਸਹਾਏ। ਸੋ 1675 ਦੇ ਮਾਹੌਲ ਅਤੇ ਅਜੋਕੇ ਆਲਮ ਵਿੱਚ ਬਹੁਤ ਸਾਰੀਆਂ ਸਮਾਨਤਾਵਾਂ ਹਨ। ਉਦੋਂ ਵੀ ਫਿਰਕਾ ਪ੍ਰਸਤੀ ਦਾ ਨੰਗਾ ਨਾਚ ਹੁੰਦਾ ਸੀ, ਦਿਨੇ ਰਾਤ, ਤੇ ਅੱਜ ਵੀ ਹਾਲਾਤ ਉਸ ਤੋਂ ਵੱਖਰੇ ਨਹੀਂ ਹਨ। ਜ਼ਬਰ, ਜ਼ੁਲਮ, ਵਧੀਕੀਆਂ, ਖੌਫ ਤੇ ਡੰਡੇ ਦੇ ਸਿਰ ਉੱਤੇ ਹਿੰਦੂ ਸਮਾਜ ਦੀ ਹਾਲਤ ਬਦ ਤੋਂ ਬਦਤਰ ਸੀ ਤੇ ਇਸਲਾਮ ਦਾ ਫੈਲਾਅ ਜ਼ੋਰਾਂ ਉੱਤੇ ਸੀ। ਆਪਣੇ ਭਰਾਵਾਂ ਦਾ ਕਤਲ ਕਰਕੇ ਸ਼ਾਹੀ ਗੱਦੀ ਉੱਤੇ ਬੈਠੇ ਔਰੰਗਜ਼ੇਬ ਨੇ ਹਰ ਡੰਗ ਦੀ ਰੋਟੀ ਤੋਂ ਪਹਿਲਾਂ ਸਵਾ ਮਣ ਜਨੇਊ ਲਾਉਣ ਦਾ ਜੋ ਪ੍ਰਣ ਕੀਤਾ ਹੋਇਆ ਸੀ, ਉਸ ਕਾਰਨ ਚਾਰ ਚੁਫੇਰੇ ਅਫਰਾ ਤਫਰੀ ਫੈਲੀ ਹੋਈ ਸੀ। ਉਸ ਦੇ ਜ਼ੁਲਮਾਂ ਅਤੇ ਜ਼ਿਆਦਤੀਆਂ ਤੋਂ ਬਚਣ ਲਈ ਕਸ਼ਮੀਰੀ ਪੰਡਤਾਂ ਨੂੰ ਸਿਰਫ ਇੱਕੋ ਇੱਕ ਸਹਾਰਾ ਸ੍ਰੀ ਅਨੰਦਪੁਰ ਵਿਖੇ ਹੀ ਦਿਸਿਆ ਸੀ, ਜਿੱਥੇ ਪੁੱਜ ਕੇ ਉਹਨਾਂ ਦੀ ਮੁਰਾਦ ਪੂਰੀ ਹੋਈ ਤੇ ਸੱਚੇ ਪਾਤਸ਼ਾਹ ਜੀ ਨੇ ਪੂਰਨ ਭਰੋਸਾ ਦਿੰਦਿਆਂ ਆਖ ਭੇਜਿਆ ਕਿ ਕਹਿ ਦਿਓ ਔਰੰਗਜ਼ੇਬ ਨੂੰ ਕਿ ਸਾਡਾ ਆਗੂ ਨੌਵਾਂ ਪਾਤਸ਼ਾਹ ਹੈ, ਉਸ ਨੂੰ ਦੀਨ ਵਿੱਚ ਲੈ ਆਓ ਤਾਂ ਸਾਰਾ ਦੇਸ਼ ਇਸਲਾਮ ਕਬੂਲ ਕਰ ਲਵੇਗਾ। ਔਰੰਗਜ਼ੇਬ ਕੋਲ ਸੁਨੇਹਾ ਪੁੱਜਾ, ਉਸ ਦੇ ਮੱਥੇ ਦੇ ਪਰਵੱਟੇ ਧਣੇ ਗਏ ਤੇ ਗੁਰੂ ਸਾਹਿਬ ਦੀ ਗ੍ਰਿਫਤਾਰੀ ਦੇ ਹੁਕਮ ਹੋ ਗਏ। ਪੂਰੇ ਸੰਸਾਰ ਦੀ ਇੱਕੋ ਇੱਕ ਉਦਾਹਰਣ ਜਿੱਥੇ ਕੋਈ ਬੇਗੁਨਾਹ ਕਾਤਲ ਦੇ ਦਰ ਉੱਤੇ ਖੁਦ ਚੱਲ ਕੇ ਗਿਆ ਹੋਵੇ। ਲਾਲਾ ਦੌਲਤ ਰਾਏ ਆਪਣੀ ਪੁਸਤਕ ਮਹਾਬਲੀ ਵਿੱਚ ਗੁਰੂ ਤੇਗ ਬਹਾਦਰ ਜੀ ਦੀ ਸ਼ਹਾਦਤ ਬਾਰੇ ਜ਼ਿਕਰ ਕਰਦਿਆਂ ਲਿਖਦੇ ਹਨ, ਗੁਰੂ ਤੇਗ ਬਹਾਦਰ ਜੀ ਨੇ ਲਾਸਾਨੀ ਸ਼ਹਾਦਤ ਦੇ ਕੇ ਉਲਟੀ ਗੰਗਾ ਬਹਾ ਦੇਣਾ ਦੇ ਅਰਥ ਪ੍ਰਗਟ ਕਰ ਦਿੱਤੇ। ਉਹਨਾਂ ਦੇ ਬੋਲ ਸਨ, आज तक ये तो हुआ है कि कातिल मकतूल के पास जाए, ये नहीं कि मकतूल कातिल के पास आए। ऐसा करके गुरु तेग बहादुर जी ने उल्टी गंगा बहा दी ਅਤੇ ਜਿਸ ਦੇ ਸਿਰ ਨੂੰ ਧੜ ਤੋਂ ਵੱਖ ਕਰਕੇ ਨਾ ਚੁੱਕਣ ਅਤੇ ਸਾਂਭਣ ਦੀਆਂ ਮੁਨਾਦੀਆਂ ਵੀ ਕਰਵਾਈਆਂ ਹੋਣ। ਅੱਜ ਨਾ ਸ਼ੁਕਰੇ ਦੇਸ਼ ਵਾਸੀ ਭੁੱਲ ਗਏ ਹਨ ਉਸ ਅਜ਼ੀਮ ਸ਼ਹਾਦਤ ਨੂੰ, ਜਿਸ ਵਿੱਚ 9 ਸਾਲ ਦੇ ਭੋਲੇ ਭਾਲੇ ਪੁੱਤਰ ਨੂੰ ਪਿੱਛੇ ਛੱਡ ਬਾਪ ਦੇਸ਼ ਕੌਮ ਲਈ ਬਲੀਦਾਨ ਦੇ ਗਿਆ ਹੋਵੇ। ਸਾਡਾ ਬਹੁ ਗਿਣਤੀ ਭਾਈਚਾਰਾ ਅੱਜ ਦਮਗਜੇ ਮਾਰਦਾ, ਸਿੱਖਾਂ ਨਾਲ ਥਾਂ ਥਾਂ ਵੈਰ ਪਾਲਦਾ, ਉਹਨਾਂ ਦੀ ਨਸਲਕੁਸ਼ੀ ਕਰਦਾ, ਉਹਨਾਂ ਦਾ ਖੁਰਾ ਖੋਜ ਮਿਟਾਉਣ ਉੱਤੇ ਉਤਾਰੂ ਹੈ, ਪਰ ਵਿਸਰ ਗਿਆ ਹੈ ਬਾਬਾ ਬੁੱਲੇ ਸ਼ਾਹ ਦੀ ਉਸ ਸਚਾਈ ਨੂੰ ਜਿਹੜੀ ਉਸਨੇ ਦਿਲੋਂ ਮਨੋਂ ਪ੍ਰਗਟਾਈ ਸੀ। ਨਾ ਕਹੂੰ ਜਬ ਕੀ ਨਾ ਕਹੂੰ ਤਬ ਕੀ, ਬਾਤ ਕਰੂੰ ਮੈਂ ਅਬ ਕੀ, ਅਗਰ ਨਾ ਹੋਤੇ ਗੁਰੂ ਗੋਬਿੰਦ ਸਿੰਘ ਸੁन्नत ਹੋਤੀ ਸਭ ਕੀ। ਸੋ ਗੁਰੂ ਪਿਤਾ ਦੀ ਬੇਜੋੜ ਅਤੇ ਬੇਮਿਸਾਲ ਸ਼ਹਾਦਤ ਨੂੰ ਮਨ ਮਸਤਕ ਵਿੱਚ ਰੱਖਦਿਆਂ ਤੇ ਸਤਿਗੁਰੂ ਨਾਨਕ ਜੀ ਦੀ ਪ੍ਰਾਰੰਭਿਕ ਸਿੱਖਿਆ ਨੂੰ ਅਮਲੀ ਜਾਮਾ ਪਹਿਨਾਉਂਦਿਆਂ ਗੋਬਿੰਦ ਰਾਏ ਨੇ ਮਾਤਾ ਗੁਜਰੀ ਜੀ ਅਤੇ ਮਾਤਾ ਕਿਰਪਾਲ ਚੰਦ ਦੀ ਰਹਿਨਮਾਈ ਤੇ ਸੁਚੱਜੀ ਅਗਵਾਈ ਵਿੱਚ ਕਾਰਜ ਵਿੱਢੇ। ਸਥਾਪਿਤ ਬਾਦਸ਼ਾਹੀਆਂ ਗਵਾਂਢੋਂ ਉੱਠਦੀਆਂ ਬਗਾਵਤੀ ਸੁਰਾਂ ਅਤੇ ਪੂਰੇ ਜ਼ਮਾਨੇ ਨਾਲ ਟਾਕਰਾ ਲੈਣ ਲਈ ਰਣਨੀਤੀ ਤਹਿਤ ਬਹੁਤ ਕਾਲੀ ਕਦਮ ਪੁੱਟਦੇ ਗਏ ਅਤੇ ਵਿਸਾਖੀ 1699 ਜੋ ਬਾਬਾ ਨਾਨਕ ਜੀ ਦਾ ਮੁਬਾਰਕ ਪ੍ਰਕਾਸ਼ ਦਿਹਾੜਾ ਤੇ ਪੰਜਾਬੀਆਂ ਦੀ ਜਿੰਦ ਜਾਨ ਸੀ ਨੂੰ ਜੋ ਕ੍ਰਿਸ਼ਮਾ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਵਰਤਾਇਆ, ਉਸਨੇ ਸਭ ਨੂੰ ਦੰਦਲਾਂ ਪਾ ਦਿੱਤੀਆਂ। ਮਨੁੱਖੀ ਇਤਿਹਾਸ, ਸਮਾਜ, ਸੱਭਿਆਚਾਰ ਅਤੇ ਧਰਮ ਦਾ ਇੱਕ ਵਿਕੋਲਿਤਰਾ ਕਾਂਡ ਜੋ 9ਵੇਂ ਨਾਨਕ ਦੀ ਲਾਸਾਨੀ ਸ਼ਹੀਦੀ ਮਗਰੋਂ ਹੋਂਦ ਵਿੱਚ ਆਇਆ ਸੀ। ਦਿੱਲੀ ਤੋਂ ਅਫਗਾਨਿਸਤਾਨ, ਲੱਦਾਖ, ਤਿੱਬਤ, ਕਸ਼ਮੀਰ ਤੱਕ ਪਸਰੇ ਪੰਜਾਬ ਦੇ ਪਿਛੋਕੜ ਵਿੱਚ ਗੁਰੂ ਵਿਚਾਰਧਾਰਾ ਹੀ ਕਾਰਜਸ਼ੀਲ ਸੀ, ਜਿੱਥੇ ਖੁਦ ਉੱਥੇ ਰੱਬੀ ਏਕਤਾ, ਹੱਕ ਸੱਚ, ਕਿਰਤ, ਬਰਾਬਰੀ, ਭਾਈਵਾਲਤਾ, ਆਜ਼ਾਦੀ ਅਤੇ ਖੁੱਲ੍ਹ ਦਾ ਹੋਕਾ ਦੇਣਾ ਸਾਰੀ ਦੁਨੀਆ ਵਿੱਚ ਵਿਚਰੇ ਸਨ। ਬਾਬਰੀ ਟੱਕਰ ਨਾਲ ਸ਼ੁਰੂ ਹੋਈ
ਇਹ ਲੜਾਈ ਔਰੰਗਜ਼ੇਬ ਤੱਕ ਆਪਣੇ ਸਿਖਰ ਤੇ ਜਾ ਪਹੁੰਚੀ ਸੀ, ਪਰ ਨੌਵੇਂ ਪਾਤਸ਼ਾਹ ਸਬਰ, ਸਿਦਕ, ਦ੍ਰਿੜਤਾ, ਨਿਸ਼ਚੈ, ਸਮਰਪਣ, ਸੇਵਾ, ਆਪਾ ਵਾਰਤਾ, ਬਹਾਦਰੀ ਅਤੇ ਪਰਉਪਕਾਰ ਦੇ ਮੁਜੱਸਮਾ ਸਨ, ਜਿਨ੍ਹਾਂ ਨੇ ਡੁੱਬਦੀ ਹਿੰਦ ਨੂੰ ਬਚਾ ਕੇ ਅਨੰਤ ਕਾਲ ਲਈ ਮਨੁੱਖਤਾ ਦਾ ਕਾਣ ਹੋਣੋਂ ਬਚਾਇਆ। ਅੱਜ ਫਿਰ ਹਾਲਾਤ ਪਿਛਲੇ ਸਮਿਆਂ ਵਰਗੇ ਹੀ ਬਣਦੇ ਜਾ ਰਹੇ ਹਨ, ਜਿੱਥੇ ਇਨਸਾਫ ਦੀ ਭੀਖ ਮੰਗਣ ਲਈ ਮਜਬੂਰ ਕਰ ਦਿੱਤਾ ਗਿਆ ਹੈ। ਨੌਵੇਂ ਗੁਰੂ ਦੇ ਅੰਤਲੇ 57 ਸ਼ਲੋਕ ਸਾਨੂੰ ਜੀਵਨ ਦੀਆਂ ਉਹਨਾਂ ਕਠੋਰ ਪ੍ਰਸਥਿਤੀਆਂ ਦੇ ਰੂਬਰੂ ਕਰਦੇ ਹਨ, ਜਿਹੜੀਆਂ ਸਦੀਵੀ ਵੀ ਹਨ ਅਤੇ ਸਰਬ ਸਾਂਝੀਆਂ ਵੀ। ਮੌਤ ਅਟਲ ਹੈ, ਨਿਸ਼ਚਿਤ ਹੈ, ਪਰ ਉਪਕਾਰ ਹਮੇਸ਼ਾ ਰਹਿਣ ਵਾਲਾ ਹੈ, ਮਾਨਵਤਾ ਦਾ ਆਧਾਰ ਹੈ। ਸੋ ਜਿਹੜੇ ਲੋਕ ਸੱਤਾ, ਪ੍ਰਸਿੱਧੀ, ਮਾਇਆ ਅਤੇ ਪ੍ਰਤਿਸ਼ਠਾ ਕਾਰਨ ਆਫਰੇ ਪਏ ਹਨ, ਬਾਣੀ ਕਿਵੇਂ ਉਹਨਾਂ ਨੂੰ ਟਕੋਰਾ ਮਾਰ ਕੇ ਸੱਚ ਸਮਝਾਉਣ ਲਈ ਉਤਾਵਲੀ ਹੈ। ਰਾਮ ਗਇਓ ਰਾਵਣ ਗਇਓ, ਜਾਕੋ ਬਹੁ ਪਰਵਾਰ, ਕਹੋ ਨਾਨਕ ਫਿਰ ਕਿਛ ਨਹੀਂ, ਸੁਪਨੇ ਜਿਉ ਸੰਸਾਰ। ਇੰਜ ਚਾਂਬਦੀਆਂ ਚਲਾਉਣ, ਲੋਕਾਂ ਦੀ ਸੰਘੀ ਕੁੱਟਣ, ਸੱਚ ਦੀ ਆਵਾਜ਼ ਨੂੰ ਦਬਾਉਣ ਅਤੇ ਉਹਨਾਂ ਦੀ ਗੁਰਬਤ ਅਤੇ ਵਿਚਾਰਗੀ ਨੂੰ ਦਰਕਿਨਾਰ ਕਰਨ ਵਾਲੇ ਹਾਕਮ ਸੁਣ ਲੈਣ। ਗੁਰੂ ਤੇਗ ਬਹਾਦਰ ਜੀ ਦਾ ਫਰਮਾਨ ਹੈ, ਨਾਮ ਰਹਿਓ ਸਾਧੂ ਰਹਿਓ, ਰਹਿਓ ਗੁਰੂ ਗੋਬਿੰਦ, ਕੋ ਨਾਨਕ ਇਹ ਜਗਤ ਮੈਂ ਕਿਨ ਜਪਿਓ ਗੁਰਮੰਤ। ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰੋ।